ਮੇਰ ਪਰਬਤ ਸੁਆਮੀ, ਓਟ ਗਹੀ ਮੈਂ ਤੇਰੀ। ਨਾ ਤੁਮ ਡੋਲੋ ਨਾ ਹਮ ਗਿਰਤੇ, ਰਖ ਲੀਨੀ ਹਰ ਮੇਰੀ। ਨਾ ਤੁਮ ਡੋਲੋ ਨਾ ਹਮ ਗਿਰਤੇ, ਰਖ ਲੀਨੀ ਹਰ ਮੇਰੀ। ਜੁਗੋ ਜੁਗ ਅਟਲ ਜਬਰ ਤਖਤ ਸ਼ਬਦ ਦੇ ਮਾਲਕ, ਸ਼ਬਦ ਬ੍ਰਹਮ ਸਤਿਗੁਰੂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਅੰਦਰ ਜੁੜ ਬੈਠੇ ਗੁਰੂ ਪਿਆਰੇ ਸਤ ਸੰਗੀ ਜਨੋ, ਸਤਿਗੁਰੂ ਮਹਾਰਾਜ ਜੀ ਦੀ ਅਪਾਰ ਕਿਰਪਾ ਦੇ ਸਦਕਾ ਗੁਰੂ ਗੋਦ ਵਿੱਚ ਜੁੜ ਬੈਠ ਕਰਕੇ ਰਹਿਰਾਸ ਸਾਹਿਬ ਜੀ ਦੇ ਪਾਠ ਕੀਤੇ ਗਏ ਹਨ। ਚੱਲ ਰਹੀ ਲੜੀਵਾਰ ਵਿਚਾਰ ਦੇ ਅਧੀਨ ਰਹਿਰਾਸ ਸਾਹਿਬ ਜੀ ਦਾ ਅੱਜ ਦੂਸਰਾ ਪਾਵਨ ਬਚਨ ਆਪਾਂ ਵਿਚਾਰਨਾ ਹੈ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਆਓ ਗੁਰੂ ਗੋਦ ਵਿੱਚ ਹਾਜ਼ਰੀਆਂ ਲਗਵਾਈਏ। ਰਸਨਾ ਪਵਿੱਤਰ ਕਰਦਿਆਂ ਗੁਰੂ ਕਲਗੀਧਰ ਪਾਤਸ਼ਾਹ ਦੀ ਬਖਸ਼ਿਸ਼ ਕੀਤੀ ਫਤਿਹ ਦੇ ਨਾਲ ਸਾਂਝ ਪਾਈਏ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਹਿਰਾਸ ਸਾਹਿਬ ਜੀ ਦਾ ਦੂਸਰਾ ਪਾਵਨ ਬਚਨ ਜੋ ਕਿ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਹੈ। ਇਹ ਪਾਵਨ ਬਚਨ ਆਸਾ ਰਾਗ ਦੇ ਵਿੱਚ ਵੀ ਮੌਜੂਦ ਹੈ ਔਰ ਰਹਿਰਾਸ ਸਾਹਿਬ ਦੇ ਵਿੱਚ ਵੀ ਇਹ ਪਾਵਨ ਬਚਨ ਸਤਿਗੁਰੂ ਮਹਾਰਾਜ ਜੀ ਨੇ ਅੰਕਿਤ ਕੀਤਾ ਹੈ। ਰਹਾਉ ਵਾਲਾ ਬੰਦ ਜੋ ਕਿ ਸ਼ਬਦ ਦਾ ਕੇਂਦਰੀ ਭਾਵ ਹੁੰਦਾ, ਉਸ ਦੇ ਅੰਦਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ, ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ, ਗੁਣੀ ਗਹੀਰਾ, ਕੋਏ ਨਾ ਜਾਣੈ ਤੇਰਾ ਕੀਤਾ ਕੇਵੜ ਚੀਰਾ। ਰਹਾਉ, ਰਹਾਉ ਦਾ ਅਰਥ ਹੁੰਦਾ ਹੈ ਠਹਿਰਨਾ, ਭਾਵ ਰਹਾਉ ਤੋਂ ਪਹਿਲੀਆਂ ਜਿਹੜੀਆਂ ਪੰਕਤੀਆਂ ਨੇ ਉਹਨੂੰ ਚੰਗੀ ਤਰ੍ਹਾਂ ਵਿਚਾਰਨ ਦੇ ਵਾਸਤੇ ਸਤਿਗੁਰੂ ਮਹਾਰਾਜ ਕਹਿ ਰਹੇ ਨੇ। ਉਂਝ ਵੀ ਪਾਵਨ ਬਾਣੀ ਜਿਹੜੀ ਹੈ ਉਹ ਸਾਰੀ ਰਾਗਾਂ ਦੇ ਆਧਾਰਿਤ ਦੇ ਉੱਤੇ ਪਾਵਨ ਬਾਣੀ ਰਚੀ ਗਈ ਹੈ। ਤੇ ਜਦੋਂ ਰਾਗ ਨੂੰ ਗਾਇਆ ਜਾਂਦਾ ਹੈ, ਕੀਰਤਨ ਕੀਤਾ ਜਾਂਦਾ ਹੈ, ਉਸ ਵਕਤ ਤੁਸੀਂ ਵੇਖਿਆ ਹੋਵੇਗਾ, ਸੁਣਿਆ ਹੋਵੇਗਾ ਰਾਗੀ ਸਿੰਘਾਂ ਨੂੰ ਕਿ ਰਾਗੀ ਸਿੰਘ ਇੱਕ ਤੁਕ ਨੂੰ ਬਾਰ-ਬਾਰ ਗਾਉਂਦੇ ਨੇ, ਬਾਕੀ ਤੁਕਾਂ ਨੂੰ ਕੇਵਲ ਇੱਕ ਵਾਰ ਹੀ ਗਾਉਂਦੇ ਨੇ। ਜਿਨ੍ਹਾਂ ਨੂੰ ਰਾਗੀ ਸਿੰਘ ਜਿਨ੍ਹਾਂ ਤੁਕਾਂ ਨੂੰ ਵਾਰ-ਵਾਰ ਗਾਉਂਦੇ ਨੇ ਉਹਨਾਂ ਨੂੰ ਕਹਿੰਦੇ ਨੇ ਸਥਾਈ, ਤੇ ਜਿਨ੍ਹਾਂ ਨੂੰ ਕੇਵਲ ਇੱਕ ਵਾਰ ਗਾਉਂਦੇ ਨੇ ਉਹਨਾਂ ਨੂੰ ਕਹਿੰਦੇ ਨੇ ਅੰਤਰੇ। ਅੰਤਰੇ ਜਿਹੜੇ ਨੇ ਉਹ ਸ਼ਬਦ ਦੇ ਬਾਕੀ ਭਾਗ ਨੇ, ਬਾਕੀ ਬੰਦ ਨੇ, ਤੇ ਜਿਹੜੀ ਸਥਾਈ ਬਣਾਉਣੀ ਹੁੰਦੀ ਹੈ ਉਹ ਰਹਾਉ ਵਾਲੇ ਬੰਦ ਨੂੰ ਬਣਾਉਣੀ ਹੁੰਦੀ ਹੈ ਰਾਗੀ ਸਿੰਘਾਂ ਨੇ। ਇਸੇ ਤਰ੍ਹਾਂ ਜਦੋਂ ਕਥਾ ਸ਼ਬਦ ਦੀ ਵਿਚਾਰ ਹੁੰਦੀ ਹੈ ਉਸ ਵਕਤ ਵੀ ਸਭ ਤੋਂ ਪਹਿਲਾਂ ਜਿਹੜਾ ਹੈ ਰਹਾਉ ਵਾਲਾ ਬੰਦ ਉਹਨੂੰ ਸਮਝਣਾ ਜ਼ਰੂਰੀ ਹੁੰਦਾ ਹੈ। ਫਿਰ ਉਸੇ ਹੀ ਰਹਾਉ ਵਾਲੇ ਬੰਦ ਭਾਵ ਕੇਂਦਰੀ ਭਾਵ ਨੂੰ ਸਤਿਗੁਰੂ ਮਹਾਰਾਜ ਨੇ ਉਦਾਹਰਨਾਂ ਦੇ ਕੇ ਸਮਝਾਉਣਾ ਕੀਤਾ ਹੁੰਦਾ ਹੈ। ਤੇ ਅੱਜ ਦੇ ਰਹਾਉ ਵਾਲਾ ਬੰਦ ਪਹਿਲਾਂ ਉਹਨੂੰ ਆਪਾਂ ਵਿਚਾਰੀਏ ਤਾਂ ਜੋ ਬਾਕੀ ਸਮੁੱਚੇ ਸ਼ਬਦ ਦੀ ਵਿਚਾਰ ਸਾਡੇ ਸਮਝ ਦੇ ਵਿੱਚ ਪੈ ਸਕੇ। ਸਤਿਗੁਰੂ ਮਹਾਰਾਜ ਕਹਿੰਦੇ ਨੇ, ਵੱਡੇ ਮੇਰੇ ਸਾਹਿਬਾ। ਸਾਹਿਬਾ ਦਾ ਮਤਲਬ ਹੁੰਦਾ ਮਾਲਕ। ਐ ਮੇਰੇ ਵੱਡੇ ਮਾਲਕ, ਗਹਿਰ ਗੰਭੀਰਾ, ਗੁਣੀ ਗਹੀਰਾ। ਗਹਿਰ ਦਾ ਮਤਲਬ ਹੁੰਦਾ ਡੂੰਘਾ, ਗੰਭੀਰਾ ਦਾ ਮਤਲਬ ਹੁੰਦਾ ਵੱਡੇ ਜਿਗਰੇ ਵਾਲਾ, ਗੁਣੀ ਗਹੀਰੇ ਦਾ ਮਤਲਬ ਹੁੰਦਾ ਗੁਣਾਂ ਦਾ
ਖਜ਼ਾਨਾ। ਸਤਿਗੁਰੂ ਮਹਾਰਾਜ ਕਹਿੰਦੇ ਨੇ, ਐ ਵੱਡੇ ਵੱਡੇ ਮਾਲਕ, ਤੂੰ ਡੂੰਘੇ ਜਿਗਰੇ ਵਾਲਾ, ਤੂੰ ਡੂੰਘਾ ਤੇ ਗੁਣਾਂ ਦਾ ਖਜ਼ਾਨਾ ਹੈ। ਕੋਈ ਨਾ ਜਾਣੇ, ਕੋਈ ਵੀ ਦੁਨੀਆ ਦੇ ਅੰਦਰ ਇਹ ਨਹੀਂ ਜੀ ਜਾਣਦਾ, ਤੇਰਾ ਕੀਤਾ ਕੇਵੜ ਚੀਰਾ। ਚੀਰਾ ਦਾ ਮਤਲਬ ਹੁੰਦਾ ਪਸਾਰਾ। ਤੇਰਾ ਕੀਤਾ ਹੋਇਆ ਪਸਾਰਾ ਜਿਹੜਾ ਹੈ, ਉਹ ਸੰਸਾਰ ਦੇ ਅੰਦਰ ਕੋਈ ਵੀ ਨਹੀਂ ਜੇ ਜਾਣਦਾ। ਸਤਿਗੁਰੂ ਮਹਾਰਾਜ ਪਾਵਨ ਬਾਣੀ ਦੇ ਅੰਦਰ ਇਹ ਵਾਰ-ਵਾਰ ਮਨੁੱਖ ਨੂੰ ਸਮਝਾਉਣਾ ਕਰਦੇ ਨੇ ਕਿ ਉਹ ਪਰਮੇਸ਼ਰ ਬਹੁਤ ਵੱਡਾ ਹੈ, ਗੁਣਾਂ ਦਾ ਮਾਲਕ ਹੈ। ਤੇ ਸਾਹਿਬ ਕਹਿੰਦੇ ਨੇ, ਮੇਰਾ ਸਾਹਿਬ ਅਤ ਵੱਡਾ, ਮੇਰਾ ਸਾਹਿਬ ਅਤ ਵੱਡਾ ਹੈ। ਅਤ ਦਾ ਮਤਲਬ ਬਹੁਤ ਜ਼ਿਆਦਾ। ਸੱਚ ਗਹਿਰ ਗੰਭੀਰਾ, ਸੱਚ ਦਾ ਮਤਲਬ ਸਦੀਵੀ ਰਹਿਣ ਵਾਲਾ, ਡੂੰਘੇ ਜਿਗਰੇ ਵਾਲਾ ਉਹ ਮਾਲਕ ਪਰਮੇਸ਼ਰ ਹੈ। ਸਭ ਜਗ ਤਿਸ ਕੀ ਵਸ ਹੈ, ਸਭ ਤਿਸ ਕਾ ਚੀਰਾ। ਸਭ ਜਗ ਤਿਸ ਕੇ ਵਸ ਹੈ। ਸਾਰਾ ਸੰਸਾਰ ਜਿਹੜਾ ਹੈ ਨਾ, ਉਹਦੇ ਵਸ ਦੇ ਵਿੱਚ ਹੈ। ਸਾਰੇ ਸੰਸਾਰ ਨੂੰ ਉਹਨੇ ਆਪਣੇ ਕਾਬੂ ਵਿੱਚ ਰੱਖਿਆ ਹੋਇਆ ਹੈ। ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਆਪਾਂ ਰੋਜ਼ ਪੜ੍ਹਦੇ ਹਾਂ ਵੀ ਉਹਦੇ ਹੁਕਮ ਦੇ ਅੰਦਰ ਸਾਰੇ ਨੇ। ਉਹਦੇ ਹੁਕਮ ਤੋਂ ਬਗੈਰ ਆਪਾਂ ਅਕਸਰ ਸਿਆਣੇ ਬੰਦੇ, ਦਾਨੇ ਪੁਰਸ਼ਾਂ ਦੇ ਕੋਲੋਂ ਸੁਣਦੇ ਹਾਂ ਵੀ ਉਸ ਮਾਲਕ ਦੇ ਹੁਕਮ ਤੋਂ ਬਗੈਰ ਤੇ ਪੱਤਾ ਵੀ ਨਹੀਂ ਹਿੱਲ ਸਕਦਾ। ਅਕਸਰ ਆਪਾਂ ਇਹ ਸਿਆਣੇ ਬੰਦਿਆਂ ਦੇ ਕੋਲੋਂ ਸੁਣਦੇ ਹਾਂ। ਸਾਹਿਬ ਕਹਿੰਦੇ ਨੇ, ਸਭ ਜਗ ਤਿਸ ਕੇ ਵਸ ਹੈ। ਸਾਰਾ ਸੰਸਾਰ ਉਹਦੇ ਵਸ ਦੇ ਵਿੱਚ ਹੈ। ਸਭ ਤਿਸ ਕਾ ਚੀਰਾ। ਚੀਰਾ ਦਾ ਮਤਲਬ ਪਸਾਰਾ। ਸਾਰਾ ਉਹਦਾ ਹੀ ਪਸਾਰਾ ਜਿਹੜਾ ਹੈ ਸੰਸਾਰ ਦੇ ਵਿੱਚ ਰਚਿਆ ਹੋਇਆ ਹੈ। ਗੁਰ ਪ੍ਰਸਾਦੀ ਪਾਈ ਹੈ, ਨਿਸ਼ਚਲ ਧਨ ਧੀਰਾ। ਕਿਰਪਾ ਤੇ ਹਰ ਮਨ ਵਸੇ, ਭੇਟੇ ਗੁਰਸੂਰਾ। ਗੁਣਵੰਤੀ ਸਲਾਹਿਆ, ਸਦਾ ਥਿਰ ਨਿਹਚਲ ਹਰ ਪੂਰਾ। ਸਤਿਗੁਰੂ ਮਹਾਰਾਜ ਕਹਿੰਦੇ ਨੇ, ਗੁਣਵੰਤੀ, ਗੁਣਾਂ ਨੂੰ ਪ੍ਰਾਪਤ ਕਰਨ ਵਾਲੇ, ਗੁਣਵਾਨ ਵਾਲੇ ਮਨੁੱਖ, ਉਹ ਉਸ ਪਰਮੇਸ਼ਰ ਨੂੰ ਸਲਾਉਂਦੇ ਨੇ, ਭਾਵ ਉਹਨੂੰ ਯਾਦ ਕਰਦੇ ਨੇ। ਸਦਾ ਥਿਰ ਨਿਹਚਲ ਹਰ ਪੂਰਾ। ਉਹ ਪਰਮੇਸ਼ਰ ਪੂਰਾ ਹੈ ਤੇ ਹੈ ਵੀ ਨਿਹਚਲ। ਨਿਹਚਲ ਦਾ ਮਤਲਬ ਹੁੰਦਾ ਸਦਾ ਟਿਕਿਆ ਰਹਿਣ ਵਾਲਾ। ਸਦਾ ਟਿਕਿਆ ਰਹਿਣ ਵਾਲੇ ਦਾ ਮਤਲਬ ਆਪਾਂ ਕੱਲ ਵੀ ਸਮਝਿਆ ਸੀ ਵੀ ਉਹ ਆਉਂਦਾ ਜਾਂਦਾ ਨਹੀਂ ਹੈ, ਜੰਮਦਾ ਮਰਦਾ ਨਹੀਂ ਹੈ। ਜਿਵੇਂ ਬਾਕੀ ਉਹਦੀ ਬਣਾਈ ਹੋਈ ਕਾਇਨਾਤ, ਜੀਵ ਜੰਤੂ ਖਤਮ ਹੋ ਜਾਂਦੇ ਨੇ, ਵਿਣਸ ਜਾਂਦੇ ਨੇ, ਉਹ ਮਾਲਕ ਇਵੇਂ ਵਿਣਸਦਾ ਨਹੀਂ ਹੈ, ਸਦਾ ਹੀ ਨਿਸ਼ਚਲ ਹੈ। ਉਹ ਆਉਂਦਾ ਜਾਂਦਾ ਨਹੀਂ ਹੈ, ਉਹ ਹੈ ਵੀ ਪੂਰਾ। ਸਤਿਗੁਰੂ ਮਹਾਰਾਜ ਹੋਰ ਬੇਅੰਤ ਪਾਵਨ ਬਚਨਾਂ ਦੇ ਵਿੱਚ ਸਾਡੇ ਸਨਮੁਖ ਉਸ ਪਰਮੇਸ਼ਰ ਦੇ ਗੁਣਾਂ ਨੂੰ, ਉਹਦੇ ਦੱਸੇ ਹੋਏ ਪਸਾਰੇ ਨੂੰ ਸਮਝਾਉਣਾ ਕਰਦੇ ਨੇ। ਉਹਦੇ ਗੁਣ ਗਾਉਂਦਿਆਂ ਸਤਿਗੁਰੂ ਮਹਾਰਾਜ ਕਹਿੰਦੇ ਨੇ, ਰਾਮਕਲੀ ਰਾਗ ਦੇ ਅੰਦਰ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਸਾਹਿਬ ਕਹਿੰਦੇ ਨੇ, ਤੂੰ ਦਾਨਾ, ਤੂੰ ਅਬਚਲ, ਤੂੰ ਹੀ, ਤੂੰ ਜਾਤ ਮੇਰੀ ਪਾਤੀ, ਤੂੰ ਅਡੋਲ, ਕਦੇ ਡੋਲੇ ਨਹੀਂ। ਆਪਾਂ ਹੁਣੀ ਪਹਿਲਾਂ ਪੜ੍ਹ ਕੇ ਹਟੇ ਆਂ ਆਰੰਭ ਦੇ ਵਿੱਚ ਸ਼ਬਦ, ਤੂੰ ਮੇਰੋ ਮੇਰ ਪਰਬਤ ਸੁਆਮੀ। ਓਟ ਗਹੀ ਮੈਂ ਤੇਰੀ, ਨਾ ਤੁਮ ਡੋਲੋ ਨਾ ਹਮ ਗਿਰਤੇ। ਰੱਖ ਹਿਲੀਨੀ ਹਰ ਮੇਰੀ। ਸਾਹਿਬ ਕਹਿੰਦੇ ਨੇ, ਤੂੰ ਪਰਬਤ ਵਰਗਾ, ਅਡੋਲ, ਸੁਮੇਰ ਪਰਬਤ ਵਰਗਾ ਹੈ, ਤੂੰ ਡੋਲਦਾ ਨਹੀਂ ਹੈ, ਕਿਉਂਕਿ ਤੂੰ ਬੇਅੰਤ ਹੈ। ਜਦੋਂ ਕੋਈ ਜੀਵ ਉਹਦੀ ਸ਼ਰਨ ਵਿੱਚ ਆ ਜਾਂਦਾ ਹੈ, ਉਹ ਹੁਣ ਪਰਮੇਸ਼ਰ ਕਦੀ ਡੋਲਦਾ ਨਹੀਂ ਤੇ ਉਹ ਆਪਣੇ ਸ਼ਰਨ ਆਇਆਂ ਨੂੰ ਡੋਲਣ ਵੀ ਨਹੀਂ ਦਿੰਦਾ। ਤੇ ਸਤਿਗੁਰੂ ਮਹਾਰਾਜ ਕਹਿੰਦੇ, ਤੂੰ ਅਡੋਲ, ਤੂੰ ਕਦੀ ਡੋਲਦਾ ਨਹੀਂ ਤੇ ਉਹ ਨਾ ਕਿਸੇ ਨੂੰ ਡੋਲਣ ਦਿੰਦਾ ਹੈ। ਤੂੰ ਅਡੋਲ, ਕਦੇ ਡੋਲੇ ਨਹੀਂ, ਤਾਂ ਹਮ ਕੈਸੀ ਤਾਤੀ। ਏਕੈ ਏਕੈ ਏਕ ਤੂੰ ਹੀ, ਏਕੈ ਏਕੇ ਤੂੰ ਰਾਇਆ। ਉਹ ਹੈ, ਸਤਿਗੁਰੂ ਮਹਾਰਾਜ ਕਹਿੰਦੇ, ਕੇਵਲ ਤੇ ਕੇਵਲ ਇੱਕ।
ਤੇ ਉਹਦੀ ਕਿਰਪਾ ਦੇ ਨਾਲ ਸੁਖ ਪ੍ਰਾਪਤ ਹੋ ਜਾਂਦਾ। ਸਾਹਿਬ ਕਹਿੰਦੇ ਨੇ ਤਉ ਕਿਰਪਾ ਤੇ ਸੁਖ ਪਾਇਆ, ਕਿਉਂਕਿ ਉਹ ਸੁੱਖਾਂ ਦਾ ਦਾਤਾ ਹੈ। ਉਹਦਾ ਗੁਣ ਹੈ ਕਿ ਉਹ ਸੁੱਖਾਂ ਦਾ ਦਾਤਾ ਹੈ। ਉਹਦੀ ਕਿਰਪਾ ਦੇ ਨਾਲ ਸੁੱਖ ਜਿਹੜੇ ਨੇ ਉਹ ਪ੍ਰਾਪਤ ਹੋ ਜਾਂਦੇ ਨੇ। ਤੇ ਸਾਹਿਬ ਅੱਗੇ ਆਖਦੇ ਨੇ ਤੂੰ ਸਾਗਰ, ਉਹ ਪਰਮੇਸ਼ਰ ਜਿਹੜਾ ਨਾ ਸਮੁੰਦਰ ਵਰਗਾ, ਸਾਗਰ ਵਰਗਾ ਹੈ। ਹਮ ਹੰਸ ਤੁਮਾਰੇ, ਹੁਣ ਜਿਹੜਾ ਹੰਸ ਹੈ ਉਹ ਸਮੁੰਦਰ ਦੇ ਕੰਢੇ ਰਹਿੰਦਾ ਹੈ ਤੇ ਉੱਥੋਂ ਹੀ ਉਹਦੀ ਖੁਰਾਕ ਜਿਹੜੀ ਹੈ ਉਹਨੂੰ ਪ੍ਰਾਪਤ ਹੁੰਦੀ ਹੈ। ਕਦੀ ਵੀ ਹੰਸ ਛੱਪੜਾਂ ਦੇ ਵਿੱਚੋਂ ਨਹੀਂ ਤੁਹਾਨੂੰ ਮਿਲੇਗਾ, ਕਿਉਂਕਿ ਛੱਪੜਾਂ ਦੇ ਵਿੱਚ ਉਹਦੀ ਖੁਰਾਕ ਨਹੀਂ ਹੈ। ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਵੀ ਤੂੰ ਸਮੁੰਦਰ ਹੈ, ਹਮ ਹੰਸ ਤੁਮਾਰੇ, ਅਸੀਂ ਤੇਰੇ ਹੰਸ ਹੈ। ਤੁਮ ਮੈਂ ਮਾਣਕ ਲਾਲਾ, ਕਿਉਂਕਿ ਹੰਸਾਂ ਦਾ ਜਿਹੜਾ ਖਾਣਾ ਹੈ ਉਹ ਮਾਣਕ ਲਾਲ ਹੈ, ਮੋਤੀ ਚੁਗਦਾ ਹੈ। ਇਵੇਂ ਉਹ ਪਰਮੇਸ਼ਰ ਜਿਹੜਾ ਹੈ ਉਹਦੇ ਵਿੱਚ ਬੇਅੰਤ ਗੁਣ ਨੇ, ਤੇ ਉਹ ਬੇਅੰਤ ਗੁਣ ਜਿਹਨੇ ਪ੍ਰਾਪਤ ਕਰਨੇ ਨੇ ਉਹ ਹੰਸ ਬਿਰਤੀ ਲੈ ਕੇ ਉਹ ਪਰਮੇਸ਼ਰ ਦੇ ਕੋਲ ਜਾਂਦਾ ਹੈ। ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਤੂੰ ਦੇਵੈ ਤਿਲ ਸੰਕ ਨਾ ਮਾਨੋ, ਹਮ ਭੁੰਚੇ ਸਦਾ ਨਿਹਾਲਾ, ਉਹ ਦਿੰਦਿਆਂ ਕਦੀ ਸੰਗ ਨਹੀਂ ਕਰਦਾ। ਤੇ ਹਾਸੀ ਕਹਿੰਦੇ ਸਾਹਿਬ ਕਹਿਣ ਲੱਗੇ ਉਹਦੇ ਦਿੱਤੇ ਹੋਏ ਵਸਤੂਆਂ ਲੈ ਕੇ ਖੁਸ਼ ਹੋ ਜਾਂਦੇ ਹਾਂ। ਹਮ ਭੁੰਚੈ ਸਦਾ ਨਿਹਾਲਾ, ਨਿਹਾਲ ਦਾ ਮਤਲਬ ਅਸੀਂ ਖੁਸ਼ ਹੋ ਜਾਂਦੇ ਹਾਂ। ਹਮ ਬਾਰਕ ਤੁਮ ਪਿਤਾ, ਉਹ ਜਿਹੜਾ ਹੈ ਪਿਤਾ ਦੀ ਨਿਆਈ ਹੈ, ਅਸੀਂ ਉਹਦੇ ਬੱਚਿਆਂ ਦੀ ਨਿਆਈ ਹੈ। ਜਿਵੇਂ ਬੱਚੇ ਅਕਸਰ ਮਾਂ ਬਾਪ ਦੀ ਓਟ ਆਸਰੇ ਦੇ ਥੱਲੇ ਖਿਆਲ ਕਰਨਾ ਕਦੀ ਡੋਲਦੇ ਨਹੀਂ, ਉਹਨਾਂ ਨੂੰ ਫਿਕਰ ਕਰਨ ਦੀ ਲੋੜ ਨਹੀਂ ਹੁੰਦੀ। ਹਮ ਬਾਰਕ ਤੁਮ ਪਿਤਾ ਹਮਾਰੇ, ਤੁਮ ਮੁਖ ਦੇਵੋ ਖੀਰਾ, ਖੀਰਾ ਦਾ ਮਤਲਬ ਦੁੱਧ। ਉਹ ਪਿਤਾ ਪਰਮੇਸ਼ਰ ਮਾਨੋ ਦੁੱਧ ਮੁਖ ਦੇ ਵਿੱਚ ਪਾ ਦਿੰਦਾ, ਭਾਵ ਕਹਿਣ ਦਾ ਕਿ ਉਹ ਪਰਮੇਸ਼ਰ ਸਭ ਕੁਝ ਦੇ ਦਿੰਦਾ ਹੈ। ਹਮ ਖੇਲੈ ਤੁਮ, ਹਮ ਖੇਲੈ ਸਭ ਲਾਡ ਲਡਾਵੈ, ਤੁਮ ਸਦ ਗੁਣੀ ਗਹੀਰਾ, ਉਹ ਪਰਮੇਸ਼ਰ ਗੁਣਾ ਦਾ ਖਜ਼ਾਨਾ ਹੈ, ਗੁਣਾ ਦਾ ਮਾਲਕ ਹੈ। ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਧੰਨ ਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਹੀ, ਤੂੰ ਠਾਕੁਰੋ ਬੈਰਾਗਰੋ ਮੈਂ ਜਿਹੀ ਝਣ ਘਣ ਚੇਰੀ ਰਾਮ, ਤੂੰ ਸਾਗਰੋ ਰਤਨਾਗਰੋ ਹਉ ਸਾਰ ਨਾ ਜਾਣਾ ਤੇਰੀ ਰਾਮ। ਪਰ ਜੀਵ ਜਿਹੜੇ ਨੇ ਨਾ ਉਹਦੀ ਸਾਰ ਨਹੀਂ ਜਾਣੇ। ਸ਼ਬਦ ਦੀ ਅਗਲੀਆਂ ਪੰਕਤੀਆਂ ਦੇ ਵਿੱਚ ਜਦੋਂ ਇਸ ਰਹਾਉ ਵਾਲੇ ਬੰਦ ਨੂੰ ਸਤਿਗੁਰੂ ਮਹਾਰਾਜ ਜੀ ਨੇ ਉਦਾਹਰਨਾਂ ਦੇ ਕੇ ਸਮਝਾਉਣਾ ਹੈ, ਤੇ ਉੱਥੇ ਫਿਰ ਗੱਲ ਇਹ ਆਉਣੀ ਹੈ ਵੀ ਅਸੀਂ ਜੀਵ ਉਹਦਾ ਵਖਿਆਨ ਨਹੀਂ ਕਰ ਸਕਦੇ, ਕਿਉਂਕਿ ਸਮੁੰਦਰ ਦੀ ਆਪਾਂ ਪਾਇਆ ਨਹੀਂ ਪਾ ਸਕਦੇ। ਜਿਵੇਂ ਇੱਕ ਡੱਡੂ ਸਮੁੰਦਰ ਦੇ ਵਿੱਚ ਚਲਾ ਗਿਆ, ਜਦੋਂ ਚਲਾ ਗਿਆ ਤੇ ਉਹ ਡੱਡੂ ਜਿਹੜਾ ਸੀਗਾ ਉਹ ਮੱਛਲੀ ਨੂੰ ਪੁੱਛਦਾ ਵੀ ਸਮੁੰਦਰ ਕਿਹੋ ਜਿਹਾ ਹੁੰਦਾ ਹੈ। ਮੈਂ ਸੁਣਿਆ ਬਈ ਸਮੁੰਦਰ ਬਹੁਤ ਵੱਡਾ ਹੈ। ਤੇ ਉਹ ਡੱਡੂ ਜਦੋਂ ਮੱਛਲੀ ਨੂੰ ਪੁੱਛਦਾ ਹੈ ਤੇ ਮੱਛੀ ਦੱਸਦੀ ਆ ਵੀ ਸਮੁੰਦਰ ਬਹੁਤ ਵੱਡਾ ਹੈ, ਉਹਦਾ ਕੋਈ ਪਾਰ ਨਹੀਂ ਪਾਇਆ ਜਾ ਸਕਦਾ। ਤੇ ਹੁਣ ਉਹ ਡੱਡੂ ਜਿਹੜਾ ਹੈ ਨਾ ਉਹ 2-4 ਛੜਪੜੇ ਮਾਰਦਾ, ਥੋੜਾ ਜਿਹਾ ਤੈਅ ਕਰਦਾ ਪੰਧ, ਤੇ ਉਸ ਮੱਛੀ ਨੂੰ ਕਹਿੰਦਾ ਐਡਾ ਕੁ ਵੱਡਾ ਹੈ। ਤੇ ਉਹ ਮੱਛੀ ਕਹਿਣ ਲੱਗੀ ਨਹੀਂ। ਉਹ 2-4 ਛੜੱਪੇ ਹੋਰ ਮਾਰਦਾ, ਵੱਧ ਘੁੰਮਦਾ ਆਲੇ ਦੁਆਲੇ, ਕਹਿਣ ਲੱਗਾ ਐਡਾ ਕੁ ਹੋਵੇਗਾ। ਮੱਛੀ ਕਹਿਣ ਲੱਗੀ ਨਹੀਂ, ਐਡਾ ਵੱਡਾ ਨਹੀਂ ਹੈ, ਇਹ ਤੋਂ ਬਹੁਤ ਜ਼ਿਆਦਾ ਵੱਡਾ ਹੈ। ਉਹ ਸਾਰਾ ਹੀ ਘੁੰਮ ਲੈਂਦਾ, ਇੱਕ ਚੱਕਰ ਲਾ ਦਿੰਦਾ, ਤੇ ਕਹਿਣ ਲੱਗਾ ਇਸ ਤੋਂ ਵੱਡਾ ਨਹੀਂ ਹੋ ਸਕਦਾ। ਤੇ ਉਹ ਮੱਛੀ ਕਹਿਣ ਲੱਗੀ ਨਹੀਂ, ਤੇਰਾ ਇਹ 4 ਕੁ ਛੜੱਪਿਆਂ ਦੇ ਨਾਲ ਮਿਣਿਆ ਹੋਇਆ ਪਾਣੀ, ਮਿਣਿਆ ਹੋਇਆ ਏਰੀਆ ਜਿਹੜਾ ਹੈ ਨਾ, ਇਹ ਉਸ ਸਮੁੰਦਰ ਦੇ ਸਾਹਮਣੇ ਕੁਝ ਵੀ ਨਹੀਂ। ਸਮੁੰਦਰ ਬਹੁਤ ਵੱਡਾ ਹੈ। ਉਹੀ ਹਾਲਾਤ ਸਾਡੀ ਹੈ, ਕਿਉਂਕਿ ਸਾਨੂੰ ਪਤਾ ਨਹੀਂ ਹੈ। ਡੱਡੂ ਹੁਣ ਖੂਹ ਦੇ ਵਿੱਚ ਰਹਿਣ ਵਾਲਾ, ਉਹਨੂੰ ਕੀ ਪਤਾ ਵੀ ਸਮੁੰਦਰ ਕਿੱਡਾ ਕੁ ਵੱਡਾ ਹੈ। ਇਵੇਂ ਅਸੀਂ ਸੰਸਾਰ ਦੇ ਵਿੱਚ ਅਗਿਆਨੀ ਮਨੁੱਖ ਹਾਂ, ਸਾਨੂੰ ਕੀ ਪਤਾ ਕਿ ਪਰਮੇਸ਼ਰ ਕਿੱਡਾ ਕੁ ਵੱਡਾ ਹੈ।
ਅਸੀਂ ਆਪਣੀ ਮੱਤ ਦੇ ਨਾਲ ਕਹਿ ਦਿੰਦੇ ਆ ਵੀ ਪਰਮੇਸ਼ਰ ਜਿਹੜਾ ਹੈ ਨਾ ਬੜਾ ਵੱਡਾ ਹੈ, ਪਰ ਕਿੱਡਾ ਕੁ ਵੱਡਾ ਹੈ ਇਹ ਤੇ ਉਹਨੂੰ ਜਾਣੀਏ ਪਤਾ ਲੱਗ ਸਕਦਾ। ਸਾਹਿਬ ਕਹਿਣ ਲੱਗੇ ਤੂੰ ਸਾਗਰੋ ਰਤਨਾਗਰੋ ਹੋਂ ਸਾਰ ਨਾ ਜਾਣਾ ਤੇਰੀ ਰਾਮ। ਅਸੀਂ ਤੇ ਤੇਰੀ ਸਾਰ ਹੀ ਨਹੀਂ ਜਾਣਦੇ, ਸਾਰ ਨਾ ਜਾਣਾ ਤੂੰ ਵੱਡ ਦਾਣਾ ਕਰ ਮਿਹਰਮਤ ਸਾਈਂ ਕਿਰਪਾ ਕੀਜੇ ਸਾ ਮਤ ਦੀਜੈ। ਇਹੋ ਜੀ ਮਤ ਜਿਹੜੀ ਹੈ ਉਹ ਸਾਨੂੰ ਦੇ ਦੇ ਆਠ ਪਹਿਰ ਤੁਧ ਧਿਆਈ, ਵੀ ਤੇਰੇ ਗੁਣ ਜਿਹੜੇ ਨੇ ਉਹ ਅਸੀਂ ਗਾ ਸਕੀਏ, ਤੇਰੇ ਗੁਣ ਜਿਹੜੇ ਨੇ ਉਹ ਇਸ ਰਸਨਾ ਦੇ ਨਾਲ ਜਪ ਸਕੀਏ, ਤਾਂ ਜੋ ਉਹਦੇ ਗੁਣ ਸਾਡੇ ਅੰਦਰ ਆ ਜਾਵਣ ਤੇ ਸਾਨੂੰ ਪਤਾ ਲੱਗ ਸਕੇ ਕਿ ਉਹਦੇ ਗੁਣ ਕਿਤਨੇ ਕੁ ਵੱਡੇ ਨੇ। ਨਹੀਂ ਤੇ ਅਸੀਂ ਤੇ ਹਨੇਰੇ ਦੇ ਵਿੱਚ ਕੇਵਲ ਤੇ ਕੇਵਲ ਅੰਦਾਜ਼ੇ ਲਾਉਣ ਵਾਲੇ ਹਾਂ, ਤੇ ਅੰਦਾਜ਼ੇ ਲਾਉਣ ਵਾਲੇ ਉਸ ਮਨੁੱਖ ਦੀ ਤਰ੍ਹਾਂ ਹਾਂ ਜਿਹਦੇ ਮਨੁੱਖ ਦੀਆਂ ਅੱਖਾਂ ਦੀ ਰੋਸ਼ਨੀ ਨਾ ਹੋਵੇ। ਉਹਦੀ ਰੋਸ਼ਨੀ ਨਹੀਂ ਸੀ ਕਿਸੇ ਮਨੁੱਖ ਦੀ, ਤੇ ਉਸ ਮਨੁੱਖ ਦੇ ਅੱਗੇ ਹੱਥ ਹੀ ਖੜਾ ਕਰ ਦਿੱਤਾ। ਹੁਣ ਉਹਨੂੰ ਤੇ ਦਿਸਦਾ ਨਹੀਂ ਸੀ, ਤੇ ਲੋਕ ਉਹਨੂੰ ਪੁੱਛਦੇ ਨੇ ਵੀ ਦੱਸ ਇਹ ਕੀ ਵਸਤੂ ਹੈ। ਉਹ ਜਦੋਂ ਹਾਥੀ ਦੇ ਲੱਤਾਂ ਨੂੰ ਹੱਥ ਲਾਉਂਦਾ ਉਹਨੂੰ ਇੰਜ ਲੱਗਦਾ ਵੀ ਇਹ ਥੰਮ ਹੋਵੇਗਾ, ਕੋਈ ਦਰਖਤ ਹੋਵੇਗਾ। ਉਹ ਫਿਰ ਕਹਿ ਦਿੰਦਾ ਵੀ ਇਹ ਦਰਖਤ ਹੈ ਜਾਂ ਕੋਈ ਥੰਮ ਹੈ। ਹੁਣ ਜਦੋਂ ਉਹ ਅੱਗੇ ਪਿੱਛੇ ਫਿਰ ਹੱਥ ਲਾ ਕੇ ਵੇਖਦਾ, ਉਹ ਕਿਤੇ ਕੰਨ ਨੂੰ ਹੱਥ ਲਾ ਕੇ ਵੇਖਦਾ, ਕਹਿਣ ਲੱਗਾ ਨਹੀਂ ਨਹੀਂ ਇਹ ਤੇ ਛੱਜ ਹੈ। ਕੰਨ ਉਹਦੇ ਬੜੇ ਵੱਡੇ ਵੱਡੇ ਹੁੰਦੇ ਨੇ, ਤੇ ਉਹ ਪੁੱਛਣ ਵਾਲੇ ਕਹਿਣ ਲੱਗੇ ਨਹੀਂ। ਸੁੰਡ ਨੂੰ ਹੱਥ ਲੱਗਦਾ, ਕੁਝ ਦੱਸ ਦਿੰਦਾ। ਜਿਵੇਂ ਜਿਵੇਂ ਉਹ ਜਿੱਥੇ ਜਿੱਥੇ ਹੱਥ ਲਾਉਂਦਾ ਆਪਣੇ ਆਪਣੀ ਸਮਝ ਦੇ ਮੁਤਾਬਕ ਉਹ ਦੱਸ ਦਿੰਦਾ ਵੀ ਆਹ ਕੁਝ ਹੈ, ਆਹ ਕੁਝ ਹੈ। ਕਿਉਂ ਉਹਨੂੰ ਹਾਲਾਤ ਕਿਉਂ ਬਣੀ ਹੈ? ਹਾਲਾਤ ਇਸ ਕਰਕੇ ਬਣੀ ਵੀ ਉਹਦੀਆਂ ਅੱਖਾਂ ਦੀ ਰੋਸ਼ਨੀ ਨਹੀਂ ਸੀਗੀ। ਇਵੇਂ ਸਾਡੀਆਂ ਅੱਖਾਂ ਦੀ ਰੋਸ਼ਨੀ ਨਹੀਂ ਹੈ, ਭਾਵ ਅਸੀਂ ਅਗਿਆਨੀ ਹੈ। ਸਤਿਗੁਰ ਦੀ ਪਾਵਨ ਬਾਣੀ ਨੇ ਇਹ ਗੱਲ ਪ੍ਰਗਟ ਕਰ ਦਿੱਤੀ ਵੀ ਉਹ ਮਨੁੱਖ ਜਿਹਨੂੰ ਗਿਆਨ ਨਹੀਂ ਹੈ, ਅਸਲ ਦੇ ਵਿੱਚ ਉਹ ਅੰਨਾ ਹੈ। ਅਸਲ ਦੇ ਵਿੱਚ ਉਹ ਅੰਨਾ ਨਹੀਂ ਜਿਹਦੇ ਮੁਖ ਦੇ ਵਿੱਚ, ਮੁਖ ਦੇ ਉੱਪਰ ਅੱਖਾਂ ਨਹੀਂ ਹੈ। ਅਸਲ ਦੇ ਵਿੱਚ ਉਹ ਹੈ ਅਗਿਆਨੀ ਮਨੁੱਖ, ਅੰਧਾ ਹੈ। ਹਮ ਅੰਧਲੇ ਅੰਧ ਬਿਖੈ ਬਿਖਰਾਤੇ, ਅਸੀਂ ਬਿਖਰਾਤੇ ਉਹ ਰਸਤਿਆਂ ਦੇ ਉੱਤੇ ਤੁਰ ਪੈਂਦੇ ਹਾਂ ਜਿਹੜੇ ਰਸਤੇ ਸਾਨੂੰ ਦੁਖਦਾਈ ਮੰਜ਼ਿਲ ਤੱਕ ਪਹੁੰਚਾ ਦਿੰਦੇ ਆ, ਕਿਉਂਕਿ ਸਾਨੂੰ ਗਿਆਨ ਨਹੀਂ ਹੈ। ਜਿੱਦਣ ਸਾਨੂੰ ਗਿਆਨ ਹੋ ਗਿਆ ਅਸੀਂ ਫਿਰ ਉਸ ਰਸਤੇ ਦੇ ਉੱਤੇ ਕਦੀ ਚੱਲਾਂਗੇ ਨਹੀਂ, ਅਸੀਂ ਉਸ ਰਸਤੇ ਨੂੰ ਕਦੀ ਪਕੜਾਂਗੇ ਨਹੀਂ ਜਿਹਦੇ ਰਸਤੇ ਦੇ ਉੱਤੇ ਸਾਨੂੰ ਪਤਾ ਲੱਗੇਗਾ ਆਹ ਸਾਡੇ ਜੀਵਨ ਦੇ ਅੰਦਰ ਦੁਖਦਾਈ ਗੱਲ ਹੈ। ਅਸੀਂ ਉਹ ਰਸਤੇ ਨਹੀਂ ਪਕੜਾਂਗੇ, ਅਸੀਂ ਫਿਰ ਉਸ ਗਿਆਨ ਪ੍ਰਾਪਤ ਕਰਕੇ ਉਸ ਰਸਤੇ ਦੇ ਉੱਤੇ ਤੁਰਨਾ ਆਰੰਭ ਕਰ ਦਾਂਗੇ ਜਿਹੜਾ ਰਸਤਾ ਸਾਨੂੰ ਸੁੱਖਾਂ ਤੱਕ ਲੈ ਜਾਏਗਾ। ਤੇ ਸਤਿਗੁਰੂ ਮਹਾਰਾਜ ਪਾਵਨ ਬਾਣੀ ਦੇ ਅੰਦਰ ਸਾਨੂੰ ਸੁੱਖਾਂ ਦੇ ਰਸਤੇ ਤੱਕ ਲਿਜਾਣਾ ਚਾਹੁੰਦੇ ਨੇ। ਇਹ ਹੁਣ ਸਾਡੀ ਮਰਜ਼ੀ ਹੈ ਵੀ ਅਸੀਂ ਸੁੱਖਾਂ ਦੇ ਰਸਤੇ ਤੱਕ ਪਹੁੰਚਣਾ ਹੈ ਜਾਂ ਦੁੱਖਾਂ ਦੇ ਪਹੁੰਚਣਾ ਹੈ। ਇਹ ਹੁਣ ਸਾਡੀ, ਅਸੀਂ ਗਿਆਨਵਾਨ ਬਣਨਾ ਹੈ। ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਗਿਆਨ ਧਿਆਨ ਸੱਚ ਗਹਿਰ ਗੰਭੀਰਾ, ਕੋਈ ਨਾ ਜਾਣੇ ਤੇਰਾ ਚੀਰਾ। ਗਿਆਨ ਤੇ ਧਿਆਨ ਦੇ ਨਾਲ ਸੱਚ ਗਹਿਰ ਗੰਭੀਰਾ, ਉਹਦੇ ਗੁਣਾਂ ਨੂੰ ਜੇ ਕੋ ਕਹੇ ਮੈਂ ਪਾ ਲਵਾਂ, ਕਿਉਂਕਿ ਉਹਦਾ ਕੋਈ ਜਾਣ ਹੀ ਨਹੀਂ ਸਕਿਆ ਕਿੱਡਾ ਕੁ ਉਹਦਾ ਪਸਾਰਾ ਪਸਰਿਆ ਹੋਇਆ ਹੈ। ਜੇਤੀ ਹੈ ਤੇਤੀ ਤੁਧ ਜਾਚੇ, ਕਰਮ ਮਿਲੇ ਸੋ ਪਾਇੰਦਾ। ਹੁਣ ਇੱਥੇ ਨੁਕਤਾ ਸਮਝਿਓ, ਸਾਹਿਬ ਕਹਿਣ ਲੱਗੇ ਕਰਮ ਮਿਲੇ। ਇਸ ਪਾਵਨ ਬਚਨ ਦੇ ਵਿੱਚ ਵੀ ਅਖੀਰ ਵਿੱਚ ਆਏਗਾ ਵੀ ਜਿਹਦੇ ਉੱਤੇ ਬਖਸ਼ਿਸ਼ ਹੋ ਜਾਵੇ, ਤੇ ਬਖਸ਼ਿਸ਼ ਪ੍ਰਾਪਤ ਕਰਨ ਵਾਸਤੇ ਜੀਵ ਨੂੰ ਕਰਮ ਕਰਨੇ ਪੈਂਦੇ ਨੇ। ਇਹਨੇ ਵੀ ਬਿਨਾਂ ਕਰਮਾਂ ਤੋਂ ਜੀਵ ਨੂੰ ਕਰਮ ਕਰਨੇ ਪੈਂਦੇ ਨੇ। ਕਰਮ ਕਰਿਆ ਹੀ ਮਾਲਕ ਦੀ ਕਿਰਪਾ, ਮਾਲਕ ਦੀ ਬਖਸ਼ਿਸ਼ ਜਿਹੜੀ ਹੈ ਉਹ ਹੋਣੀ ਹੈ। ਤੇ ਸਤਿਗੁਰੂ ਮਹਾਰਾਜ ਇਹ ਬਾਰ-ਬਾਰ ਸਮਝਾਉਣੇ ਕਰਦੇ ਨੇ ਵੀ ਜੇਤੀ ਹੈ ਤੇਤੀ ਤੁਧ ਜਾਚੇ, ਕਰਮ ਮਿਲੇ ਸੋ ਪਾਇੰਦਾ। ਜਦੋਂ ਬਖਸ਼ਿਸ਼ ਹੋ ਜਾਂਦੀ ਜੀਵ ਦੇ ਉੱਤੇ ਫਿਰ ਉਹਨੂੰ ਪ੍ਰਾਪਤ ਹੋ ਜਾਂਦਾ ਹੈ। ਉਂਝ ਮਨੁੱਖ ਪਰਮੇਸ਼ਰ ਦੀ ਪਾਇਆ ਨਹੀਂ ਪਾ ਸਕਦਾ।
ਪਰਮੇਸ਼ਰ ਦੇ ਗੁਣਾਂ ਨੂੰ ਇਹ ਗੱਲ ਕਹਿ ਨਹੀਂ ਜੇ ਸਕਦਾ ਵੀ ਪਰਮੇਸ਼ਰ ਕਿੱਡਾ ਕੁ ਵੱਡਾ ਹੈ, ਉਹਦੇ ਵਿੱਚ ਕਿਤਨੇ ਕੁ ਗੁਣ ਨੇ। ਸਤਿਗੁਰੂ ਮਹਾਰਾਜ ਕਹਿੰਦੇ ਨੇ, ਤੂੰ ਦਰਿਆਓ ਦਾਨਾ ਬੀਨਾ, ਤੂੰ ਤੇ ਦਾਨਾ ਤੇ ਬੀਨਾ ਹੈ, ਸਮੁੰਦਰ ਵਰਗਾ ਹੈ। ਮੈਂ ਮਛਲੀ ਕੈਸੇ ਅੰਤ ਲਹਾਂ, ਮੈਂ ਤੇ ਮੱਛੀ ਵਰਗੀ ਹਾਂ, ਮੇਰੀ ਜਿੰਦ ਮੱਛੀ ਵਰਗੀ ਹੈ। ਮੈਂ ਤੇਰੀ ਪਾਇਆ ਕਿਵੇਂ ਪਾ ਸਕਦੀ, ਕਿਵੇਂ ਸਾਰਾ ਹੀ ਸਮੁੰਦਰ ਘੁੰਮ ਕੇ ਪਤਾ ਕਰ ਸਕਦੀ ਹਾਂ ਵੀ ਇਹ ਕਿਤਨਾ ਕੁ ਵੱਡਾ ਹੈ, ਨਹੀਂ ਕਰ ਸਕਦੇ। ਸਤਿਗੁਰੂ ਮਹਾਰਾਜ ਕਹਿੰਦੇ ਨੇ, ਰਹਾਉ ਵਾਲਾ ਬੰਦ ਸਮੁੱਚਾ ਭਾਵ ਜਿਹੜਾ ਹੈ ਸਤਿਗੁਰੂ ਮਹਾਰਾਜ ਨੇ ਇਹ ਸਾਡੇ ਸਨਮੁਖ ਰੱਖਿਆ ਵੀ ਉਹ ਪਰਮੇਸ਼ਰ ਬੜਾ ਵੱਡਾ ਹੈ, ਡੂੰਘੇ ਜਿਗਰੇ ਵਾਲਾ ਹੈ ਤੇ ਗੁਣਾਂ ਦਾ ਖਜ਼ਾਨਾ ਹੈ। ਉਹਦੇ ਜੋ ਉਹਨੇ ਪਸਾਰਿਆ ਹੋਇਆ ਹੈ, ਉਹਦੇ ਬਾਰੇ ਕੋਈ ਨਹੀਂ ਜੇ ਜਾਣਦਾ। ਉਹ ਕੇਵਲ ਤੇ ਕੇਵਲ ਉਹਦੇ ਗੁਣ ਗਾ ਸਕਦਾ ਹੈ, ਤੇ ਜਿਹੜਾ ਗੁਣ ਗਾ ਲੈਂਦਾ ਹੈ ਤੇ ਫਿਰ ਵੱਡੀ ਮੁਸ਼ਕਲ ਇਹ ਬਣ ਜਾਂਦੀ ਹੈ ਵੀ ਉਹ ਗੁਣ ਪਰਤ ਕੇ ਦੱਸ ਨਹੀਂ ਸਕਦਾ, ਕਿਉਂਕਿ ਉਹਦੇ ਗੁਣ ਗਾਉਂਦਿਆਂ ਗਾਉਂਦਿਆਂ ਉਹ ਉਹਦੇ ਵਿੱਚ ਹੀ ਸਮਾ ਜਾਂਦਾ ਹੈ। ਇਸ ਰਹਾਉ ਵਾਲੇ ਬੰਦ ਨੂੰ ਸਤਿਗੁਰੂ ਮਹਾਰਾਜ ਨੇ ਬਾਕੀ ਪੰਕਤੀਆਂ ਦੇ ਵਿੱਚ ਸਾਡੇ ਸਨਮੁਖ ਪ੍ਰਗਟ ਕੀਤਾ ਹੈ। 4 ਬੰਦ ਨੇ ਬਾਕੀ ਪਾਵਨ ਬਚਨ ਦੇ। ਉਹਨਾਂ ਪਾਵਨ ਬਚਨਾਂ ਦੇ ਉਚਾਰਨ ਅਤੇ ਨਾਲ ਅੱਖਰੀ ਅਰਥ, ਭਾਵ ਅਰਥ ਤੇ ਕੁਝ ਹੋਰ ਵਿਚਾਰਾਂ ਆਪਾਂ ਇੱਥੋਂ ਹੀ ਕੱਲ ਨੂੰ ਆਰੰਭ ਕਰਾਂਗੇ। ਸਤਿਗੁਰ ਕਿਰਪਾ ਕਰਨ, ਅਸੀਂ ਮਾਲਕ ਦੇ ਦੱਸੇ ਹੋਏ ਰਸਤੇ ਦੇ ਉੱਤੇ ਚੱਲ ਕੇ ਉਸ ਮਾਲਕ ਨੂੰ ਗਾਈਏ ਜੋ ਮਾਰਗ ਸਾਨੂੰ ਪਰਮੇਸ਼ਰ ਗੁਰੂ ਸੁੱਖਾਂ ਦੇ ਰਸਤੇ ਨੂੰ ਪਹੁੰਚਾਉਣ ਵਾਲਾ ਦੱਸਦਾ ਹੈ। ਅਸੀਂ ਉਸ ਰਸਤੇ ਦੇ ਉੱਤੇ ਚੱਲ ਕੇ ਆਪਣਾ ਜੀਵਨ ਜਿਹੜਾ ਉਹ ਸੁਖਮਈ ਬਤੀਤ ਕਰ ਸਕੀਏ। ਸਤਿਗੁਰ ਕਿਰਪਾ ਕਰਨ। ਵਿਚਾਰਾਂ ਦੀ ਸਾਂਝ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ। ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।